ਮਰਕਜ਼ੀ ਇੰਜਮਨ ਤਾਜਰਾਂ ਦੇ ਸਦਰ ਟਾਈਮ ਲੰਘ ਗਿਆ ਜਵੇਦ ਬੱਟ ਸਾਹਿਬ ਤੇ ਉਹਨਾਂ ਦੀ ਕੈਦਤ ਚ ਆਉਣ ਵਾਲੇ ਤਮਾਮ ਮਜ਼ਦੂਰ ਤਾਜਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਮੇਰੀ ਇਹਨਾਂ ਰਵਾਇਤ ਬਰਕਰਾਰ ਰੱਖਦੇ ਹੋਏ ਆ। ਜਦੋਂ ਵੀ ਮਦੀਨਾ ਬਾਜ਼ਾਰ ਦੀ ਕੈਦਤ ਬਣੀ ਹੈ ਸਾਲਾਂ ਸਾਲ ਤੋਂ ਇਹ ਆ ਕੇ ਸਾਨੂੰ ਹੌਸਲਾ ਵੀ ਦਿੰਦੇ ਨੇ, ਸਾਡਾ ਸਾਥ ਵੀ ਦਿੰਦੇ ਨੇ, ਔਰ ਜਦੋਂ ਵੀ ਜਿੱਥੇ ਵੀ ਕੋਈ ਤਾਜਰਾਂ ਦੇ ਮਸਾਇਲ ਪੈਦਾ ਹੁੰਦੇ ਨੇ ਇਹ ਸਾਡੇ ਸ਼ਰਮ ਹੁੰਦੇ ਨੇ। ਬਲਕਿ ਸਾਡੇ ਨਾਲ ਇੱਕ ਕਦਮ ਅੱਗੇ ਖਲੋਤੇ ਹੁੰਦੇ ਨੇ ਔਰ ਜਿੰਨੀਆਂ ਵੀ ਦਲੀ ਤਨਜ਼ੀਮਾਂ ਹੈ ਨੇ ਗੁਜਰਾਤ ਸ਼ਹਿਰ ਦੀਆਂ ਇਹ ਉਹਨਾਂ ਨਾਲ ਤਰਤੀਬਾ ਨਹੀਂ ਜਾਣ ਦਿੰਦੇ। ਦੂਜਿਆਂ ਦਾ ਅਸਲ ਵਿੱਚ ਅਸੀਂ ਇਹਨੂੰ ਕਹੀਏ ਤੇ ਇਹਨਾਂ ਦਾ WhatsApp ਦਾ ਇਹਨਾਂ ਦੀ ਸਾਰੀ ਟੀਮ ਦਾ ਅਸੀਂ ਸ਼ੁਕਰੀਆ ਅਦਾ ਕਰਨਾ। ਮੈਂ ਸਭ ਤੋਂ ਪਹਿਲੇ ਜਿਹੜਾ ਉਹ ਤਹਿਰ ਭੱਟੀ ਸਾਹਿਬ ਅਗਰ ਗੁਜ਼ਾਰਿਸ਼ ਕਰਨਾ ਕਿ ਉਹ ਦੋ ਅਲਫਾਜ਼ ਬੋਲਣ ਸਾਬਕ ਸਦਰ ਮਦੀਨਾ ਬਾਜ਼ਾਰ ਦੇ ਔਰ ਮੇਰੇ ਸਰਪ੍ਰਸਤ ਮੈਂ ਸਾਰਿਆਂ ਦੋਸਤਾਂ ਨੂੰ अस्सलाम वालेकुम। वालेकुम सलाम। मैं ਸਾਰਿਆਂ ਦੋਸਤਾਂ ਦਾ ਜਵੇਦ ਬੱਟ ਸਾਹਿਬ ਦਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਕਿ ਜਿਨ੍ਹਾਂ ਆਪਣੇ ਕੀਮਤੀ ਟਾਈਮ ਚੋਂ ਕੱਢ ਕੇ ਸਾਡੀ ਇਹ ਮਹਿਫਲ ਨੂੰ ਰੌਣਕ ਨੂੰ ਦੁਬਾਰਾ ਕੀਤਾ ਹੈ। ਮਾਸ਼ਾਅੱਲਾ। ਬਾਕੀ ਸਾਰਿਆਂ ਇੱਕ ਰਿਕੁਐਸਟ ਹੈ ਕਿ ਇਹ ਸਾਲ ਅੱਛੇ ਤੋਂ ਅੱਛਾ ਬਾਜ਼ਾਰ 'ਚ ਕੰਮ ਕਰੋ। ਸਾਰਿਆਂ ਭਰਾਵਾਂ ਦੀ ਮਿਹਰਬਾਨੀ। ਸ਼ੁਕਰੀਆ ਬਹੁਤ ਸ਼ੁਕਰੀਆ ਸਰ ਭੱਟੀ ਸਾਹਿਬ। ਮੈਂ ਹੁਣ ਬਾਜ਼ਾਰ ਦੇ ਸਾਬਕ ਸਦਰ ਤੇ ਮੌਜੂਦਾ ਚੇਅਰਮੈਨ ਮਾਮਲਾ ਬੱਟ ਸਾਹਿਬ की गुजारिश करना कि वो अपने ख्यालात बिस्मिल्लाहिर्रहमानिर्रहीम जी। सब तो पहले जी अस्सलाम वालेकुम तमाम दोस्तों वालेकुम सलाम। जवेद भट्ट साहब सदर मरकजी अंजुमन ताजरान गुजरात ਨੂੰ ਆਪਣੇ ਇਸ ਘਰ ਮਦੀਨਾ ਬਾਜ਼ਾਰ ਵਿੱਚ ਤੇ ਮੈਂ ਖਸੂਸੀ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਸਿਰਫ ਇਸ ਵਜ੍ਹਾ ਤੋਂ ਨਹੀਂ ਕਿ ਇਹ ਮਦੀਨਾ ਬਾਜ਼ਾਰ 'ਚ ਆਏ ਨੇ, ਇਸ ਵਜ੍ਹਾ ਤੋਂ ਕਿ ਗੁਜਰਾਤ ਦੇ ਵਿੱਚ ਅਗਰ ਕੋਈ ਅੰਜਮਨ ਤਾਜਰਾਨ ਦੀ ਬਕਾਇਦਾ ਤੇ ਅੱਛੇ ਤਰੀਕੇ ਨਾਲ ਜਿਹੜਾ ਉਹ ਸਰਪ੍ਰਸਤੀ ਜਾਂ ਸਦਾਰਤ ਦਾ ਕੋਈ ਉਮੀਦਵਾਰ ਹੈ ਜਾਂ ਉਹਨੂੰ ਚਲਾ ਰਿਹਾ ਤਾਂ ਜਵੇਦ ਭੱਟ ਸਾਹਿਬ। ਮੈਂ ਜਿਸ ਦੌਰ 'ਚ ਸਦਰ ਬਣਿਆ ਸਾਂ ਤੇ ਮੇਰਾ ਇੱਕ ਟਾਈਟਲ ਲਿਖਿਆ ਜਾਂਦਾ ਸੀ ਪੋਲੀਟੀਕਲ ਕਿ ਇਹ ਕਾਫ ਲੀਗ ਨਾਲੇ ਤੇ ਬਰਸਰੇ ਇਕਤਦਾਰ ਜਮਾਤ ਜਾਂ ਮਾਮਲਾਤ ਹੈ ਸਨ। ਲੇਕਿਨ ਮੈਂ ਉਸ ਵਕਤ ਵੀ ਜਵੇਦ ਭੱਟ ਸਾਹਿਬ ਨੂੰ ਹੀ ਆਪਣਾ ਮਰਕਜ਼ੀ ਸਦਰ ਮੁੰਤਖਬ ਕੀਤਾ ਜਾਂ ਮੰਨਿਆ। ਉਹ ਇਸ ਵਜ੍ਹਾ ਤੋਂ ਕਿ ਇਹਨਾਂ ਦੇ ਅੰਦਰ ਇਹ ਕਾਇਦਾਨਾ ਸਲਾਹੀਤਾਂ ਵੀ ਆਏ ਨੇ ਤੇ ਇਹ ਹਰ ਖੁਸ਼ੀ ਗਮੀ 'ਚ ਤਾਜਰਾਂ ਤੋਂ ਪਹਿਲਾਂ ਸਰੇ ਫਰੀਸਤ ਰਾਵਲ ਸਰਫਾ ਲੈ ਕੇ ਤੇ ਅੱਗੇ ਮੌਜੂਦ ਹੁੰਦੇ ਨੇ। ਇਰਫਾਨ ਸਾਹਿਬ ਦਾ ਇਹ ਫੈਸਲਾ ਵੀ ਜਾਂ ਭੱਟ ਸਾਹਿਬ ਦੇ ਨਾਲ ਮਰਕਜ਼ੀ ਅੰਜਮਨ ਤਾਜਰਾਨ ਦੇ ਨਾਲ ਮਿਲ ਕੇ ਚੱਲਾਂ। ਮੈਂ ਇਰਫਾਨ ਸਾਹਿਬ ਨੂੰ ਵੀ ਹਰਾਜੇ ਤਹਿਸੀਨ ਪੇਸ਼ ਕਰਨਾ ਤੇ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਇਹਨਾਂ ਦੁਬਾਰਾ ਮੈਨੂੰ ਬਾਜ਼ਾਰ ਦੇ ਵਿੱਚ ਜਿਹੜਾ ਇੱਕ ਆਪਣਾ ਭਾਈ ਸਮਝ ਕੇ ਚੇਅਰਮੈਨ ਦਾ ਉਹਦਾ ਜਿਹੜਾ ਉਹ ਦਿੱਤਾ ਹੈ ਉਹਨਾਂ ਦੇ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ। ਤੇ ਮੈਂ ਉਮੀਦ ਕਰਨਾ ਕਿ ਇਹ ਤਨਜ਼ੀਮ ਜਿਹੜੀ ਹੈ ਜਿਸ ਤਰ੍ਹਾਂ ਅੱਗੇ ਵੀ ਇਰਫਾਨ ਸਾਹਿਬ ਮੇਰੇ ਖਿਆਲ 'ਚ ਬਿਹਤਰੀਨ ਸਦਰ ਇਹਨਾਂ ਤੋਂ ਇਲਾਵਾ ਇਸ ਬਾਜ਼ਾਰ 'ਚ ਹੋਰ ਕੋਈ ਨਹੀਂ। ਇੱਕ ਰਿਕੁਐਸਟ ਮੈਂ ਕਰਨਾ ਚਾਹੁੰਦਾ ਵਾਂ ਆਪਣੇ ਇੱਕ ਕਿਉਂਕਿ ਤੁਹਾਨੂੰ ਪਤਾ ਹੈ ਅੱਗੇ ਮਹੱਲਾ ਹੈ, ਦੋ ਹੀ ਰਸਤੇ ਨੇ, ਇੱਕ ਕਿਰਨ ਸੈਨਮਾ ਦੇ ਇੱਕ ਮਦੀਨਾ ਬਾਜ਼ਾਰ ਤੇ ਸਾਨੂੰ ਇਹ ਤਾਜਰਾਂ ਨੂੰ ਅਸੀਂ ਇੱਥੋਂ ਕਮਾਉਂਦੇ ਅਸੀਂ ਆਪਣਾ ਫਾਇਦਾ ਲੈਂਦੇ ਹਾਂ ਤੇ ਸਾਡੀ ਵਜ੍ਹਾ ਤੋਂ ਕਿਸੇ ਨੂੰ ਮੁਸ਼ਕਲ ਪਰੇਸ਼ਾਨੀ ਨਾ ਹੋਵੇ ਕਿ ਅਸੀਂ ਇਹਨੂੰ ਅਗਰ ਜਿਹੜਾ ਨਾ ਆਪਣੀ ਲਿਮਟ ਸੇ ਕਰ ਲਈਏ ਤਾਂ ਕਿ ਇੱਕ ਗੱਡੀ ਜਿਹੜੀ ਹੈ ਨਾ ਸਿਰਫ ਜ਼ਿਆਦਾ ਨਹੀਂ ਇੱਕ ਐਂਬੂਲੈਂਸ ਜਿਹੜਾ ਉਹ ਗੁਜ਼ਰ ਜਾਏ ਜੇ ਵਨ ਵੇ ਹੋ ਜਾਏ ਜਾਂ ਇਧਰੋਂ ਜਾਣ ਵਾਲੀ ਟ੍ਰੈਫਿਕ ਚਲੀ ਜਾਏ ਦੂਸਰੀ ਜਿਹੜਾ ਉਹ ਦੂਸਰਾ ਰਸਤਾ ਇਖਤਿਆਰ ਕਰ ਲੇ ਤਾਂ ਕਿ ਦੂਸਰਿਆਂ ਵਾਸਤੇ ਵੀ ਬਹੁਤ ਸ਼ੁਕਰੀਆ ਮਾਮਲਾ ਬੱਟ ਸਾਹਿਬ ਤੁਹਾਡੇ ਸਮਾਜ ਦਾ ਅਦਾ ਕਰਨ ਦਾ ਵੀ ਬਹੁਤ ਸ਼ੁਕਰੀਆ। ਇਨਸ਼ਾਅੱਲਾ ਅਸੀਂ ਦੋਸਤਾਂ ਸਾਰਿਆਂ ਨੂੰ ਲੈ ਕੇ ਇਸ ਬਾਜ਼ਾਰ ਦੇ ਵਿੱਚ ਚੱਲਨੇ ਆ ਔਰ ਆਇੰਦਾ ਵੀ ਅੱਲਾਹ ਦੇ ਫਜ਼ਲ ਦੇ ਕਰਮ ਨਾਲ ਸਭ ਨੂੰ ਨਾਲ ਲੈ ਕੇ ਚੱਲਾਂਗੇ। ਮੈਂ ਇੱਕ ਕੋਸ਼ਿਸ਼ ਹਮੇਸ਼ਾ ਕਰਨਾ ਕਿ ਮੈਂ ਕਿਸੇ ਸ਼ਖਸੀ ਹਵਾਲੇ ਨਾਲ ਕਦੇ ਵੀ ਪਸੰਦ ਨਾ ਪਸੰਦ ਦਾ ਇਜ਼ਹਾਰ ਨਹੀਂ ਕੀਤਾ। ਜਿੰਨੇ ਵੀ ਦੋਸਤ ਕੰਮ ਕਰਨ ਵਾਲੇ ਹੁੰਦੇ ਨੇ ਚਾਹੇ ਉਹਨਾਂ ਨੂੰ ਪਸੰਦ ਕਰਾਂ ਜਾਂ ਨਾ ਕਰਾਂ ਉਹ ਬਾਜ਼ਾਰ ਦੀ ਅੰਜਮਨ ਤਾਜਰਾਨ ਦਾ ਹਿੱਸਾ ਹੁੰਦੇ ਨੇ। ਬਾਹਰ ਦੋਸਤ ਮੇਰੇ ਮੁਖਾਲਫਤ ਵੀ ਕਰਦੇ ਨੇ ਕਿ ਜਨਾਬ ਫਲਾਂ ਕਿਉਂ ਆ ਰਿਹਾ ਜਾਂ ਫਲਾ ਕਿਉਂ ਆ ਰਿਹਾ, ਲੇਕਿਨ ਉਹ ਬਿਹਤਰ ਆਪਣੀ ਪੋਸਟ ਤੇ ਜਾਂ ਜਗ੍ਹਾ ਤੇ ਕੰਮ ਕਰਨ ਵਾਲੇ ਹੁੰਦੇ ਨੇ। ਇਸ ਵਾਸਤੇ ਮੈਂ ਕਦੀ ਵੀ ਇਸ ਗੱਲ ਨੂੰ ਪ੍ਰੈਫਰ ਨਹੀਂ ਕੀਤਾ। ਤਲਕ ਮੇਰਾ ਮਤਲਬ ਤੁਹਾਡੇ ਨਾਲ ਬਹੁਤ ਪੁਰਾਣਾ ਸਭ ਤੋਂ ਜ਼ਿਆਦਾ ਤੁਹਾਡਾ ਤੁਸੀਂ ਮਜ਼ਾਕ ਨੂੰ ਮਾਸ਼ਾਅੱਲਾ ਚਲਾਇਆ ਵੀ ਬੜਾ ਅੱਛਾ ਹੈ, ਠੀਕ ਹੈ ਨਾ। ਇੱਥੇ ਮੇਰੀ ਜਿਹੜੀ ਕਬੀਨਾ ਸਤਰੁਕ ਨਹੀਂ ਬਣਦੀ ਮੈਂ ਉਹਦੀ ਗੱਲ ਕਰ ਰਿਹਾ ਕਿ ਉਹਦੇ ਵਿੱਚ ਵੀ ਜਿਹੜੇ ਦੋਸਤ ਆਉਂਦੇ ਨੇ ਉਹ ਬਾਅਦ ਹੁੰਦਾ ਹੈ ਮਾਮਲਾਤ ਕਿ ਬਈ ਮਤਲਬ ਇਸ ਪੋਸਟ ਨੂੰ ਲਿਆ ਜਾਏ ਇਸ ਪੋਸਟ ਨੂੰ ਲਿਆ ਜਾਏ। ਉਹ ਤੁਹਾਡੀ ਸਾਰੇ ਸਰਪ੍ਰਸਤਾਂ ਦੀ ਚੇਅਰਮੈਨ ਦੀ ਮੁਸ਼ਾਵਰਤ ਨਾਲ ਜਿਵੇਂ ਕਬੀਨਾ ਬਣਦੀ ਹੈ ਤੇ ਉਹ ਬਿਹਤਰ ਵਰਕ ਕਰਦੀ ਹੈ ਇਸ ਬਾਜ਼ਾਰ ਦੇ ਵਿੱਚ। ਹੁਣ ਮੈਂ ਮੇਰੇ ਇਸ ਦਫਾ ਸਾਂ WhatsApp ਤੇ ਵੀ ਕੀਤਾ ਹੈ ਕਿ ਬਾਜ਼ਾਰ ਦੇ ਵਿੱਚ ਨਵੀਂ ਕਿਆਦਤ ਵੀ ਬਹੁਤ ਅੱਛਾ ਮਤਲਬ ਬਹੁਤ ਅੱਛਾ ਆਂਦੀ ਹੈ। ਤੁਸੀਂ ਉਸੇ ਨੇ ਨਾਸਰ ਸਾਹਿਬ ਨੂੰ ਦਬਾ ਦਿਓ। ਮਾਜ਼ਰ ਮੇਰੀ ਨਾ ਤਬੀਅਤ ਨੂੰ ਸਾਰਾ ਸੀ ਕਰਾ ਦਿਓ। ਸ਼ੁਕਰੀਆ ਅਦਾ ਮੈਂ ਬਾਤ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਉਹ ਆਏ ਨੇ ਤੇ ਇਨਸ਼ਾਅੱਲਾ ਤਾਲਾ ਬਾਜ਼ਾਰ ਦੇ ਵਿੱਚ
ਜਿਹੜੇ ਵੀ ਇਨਸ਼ਾਅੱਲਾ ਕੋਈ ਕੰਮ ਹੋਵੰਦੇ ਇਨਸ਼ਾਅੱਲਾ ਅੱਛੇ ਤਰੀਕੇ ਨਾਲ ਉਹਨਾਂ ਨੂੰ ਕੀਤਾ ਹੋਰ ਕੋਈ ਮੇਰਾ ਤਾਜਰ ਭਾਈ ਜਿਹੜਾ ਹੈ, ਉਹ ਗੁਫ਼ਤਗੂ ਕਰਨਾ ਚਾਹੁੰਦਾ ਹੈ, ਆਪਣਾ ਦੱਸੇ, ਉਹਨੂੰ ਅਸੀਂ ਨੋਟ ਕਰਨੇ ਆ। हाँ जी स्नैन साहब गड्डी से ਡਾਕਟਰ ਸਾਹਿਬ ਪਹਿਲੇ ਕੋਈ ਜਲਦੀ ਆਮਰ ਬਸ਼ੀਰ ਸਾਹਿਬ ਜੀ ਆਪਣੇ ਹਾਲਾਤ ਦਾ ਇਜ਼ਾਰ ਕरें। भट्ट साहब का बहुत शुक्रिया जी भट्ट साहब साढ़े को आए माशाल्लाह बड़ी मेहरबानी ते बहुत शुक्रिया ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਭੱਟ ਸਾਹਿਬ ਦੇ ਨਾਲ ਆਉਣ ਵਾਲੇ ਜਿਹੜੇ ਸਾਡੇ ਭਾਈ ਆਏ ਨੇ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਆਪਣੀ ਅੰਜਮਨ ਜਿਹੜੀ ਤਾਜ ਰੰਗ ਇੱਥੇ ਇਕੱਠੀ ਹੋਈ ਹੈ ਉਹਨਾਂ ਆਪਣਾ ਕੀਮਤੀ ਵਕਤ ਕੱਢਿਆ ਹੋਵੇ। ਹਾਜੀ ਸਾਹਿਬ ਸਾਡੇ ਨੇ ਮਾਸ਼ਾਅੱਲਾ ਤੇ ਇਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਤੇ ਬਾਜ਼ਾਰ ਤੇ ਇਹ ਕਿ ਚਲੋ 20 ਸਾਲ ਦੇ ਅਸੀਂ ਬਾਜ਼ਾਰ ਦੇ ਨਾਲ ਹੀ ਆ, ਜਿਹੜੀਆਂ ਕੋਈ ਕਮੀਆਂ ਕਤਾਈਆਂ ਹਰ ਵਾਰੀ ਹੁੰਦੀਆਂ ਨੇ। ਹਰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਰ ਵਾਰੀ ਹਰ ਦੌਰ ਵਿੱਚ ਕੋਈ ਨਾ ਕੋਈ ਕੰਮ ਐਸਾ ਕਰੀਏ ਕਿ ਆਉਣ ਵਾਲਾ ਸਾਲ ਜਿਹੜਾ ਉਹ ਪਿਛਲੇ 2 ਸਾਲਾਂ ਨਾਲੋਂ ਬਿਹਤਰ ਹੋਵੇ। ਤੇ ਹਰ ਇੱਕ ਬੰਦੇ ਵਿੱਚ ਕਮੀਆਂ ਹੁੰਦੀਆਂ ਨੇ, ਇਹ ਨਹੀਂ ਜ਼ਰੂਰੀ ਹੁੰਦਾ ਕਿ ਬੰਦਾ ਕਹਿੰਦਾ ਕਿ ਅਸੀਂ 100% ਹੀ ਕੰਮ ਕੀਤੇ, ਲੇਕਿਨ ਕੋਸ਼ਿਸ਼ ਇਹ ਪੂਰੀ ਕਰੀ ਦੀ ਆ 20 ਸਾਲਾਂ ਵਿੱਚ ਜਿਹੜੇ ਵੀ ਅਸੀਂ ਰਹੇ ਹਾਂ ਕਿ ਆਉਣ ਵਾਲੇ 2 ਸਾਲ ਵਾਸਤੇ ਅਸੀਂ ਕੋਈ ਨਾ ਕੋਈ ਬਿਹਤਰ ਕਰਕੇ ਜਾਈਏ। ਤੇ ਇਨਸ਼ਾਅੱਲਾ ਤਾਲਾ ਤੁਹਾਡੇ ਨਾਲ ਵਾਅਦਾ ਕਰਨਾ ਕਿ ਇਹ ਵੀ 2 ਸਾਲ ਜਿਹੜੇ ਆਵਣਦੇ ਕੋਈ ਨਾ ਕੋਈ ਐਸਾ ਬਿਹਤਰ ਕਰਕੇ ਜਾਣਦੇ ਕਿ ਜਿਹਦਾ ਬਾਅਦ ਚ 2 ਸਾਲ ਅਸੀਂ ਆਖਾਂ ਦੇ ਕਿ ਯਾਰ ਅਸੀਂ ਪਿਛਲੇ 2 ਸਾਲ ਵਿੱਚ ਇਹ ਕੀਤਾ ਵੇ। ਇਹ ਦੋਵੇਂ ਸਦਰ ਮੇਰੇ ਨਾਲ ਰਹੇ ਨੇ, ਭੱਟੀ ਸਾਹਿਬ ਮੇਰੇ ਨਾਲ ਰਹੇ, ਮਿਰਜ਼ਾ ਯੂਨਸ ਸਾਹਿਬ ਅੱਜ ਕੋਈ ਨਹੀਂ ਇੱਥੇ ਬੈਠੇ, ਪਤਾ ਕੋਈ ਜ਼ਰੂਰੀ ਕੰਮ ਗਏ ਹੁੰਦੇ, ਉਹ ਵੀ ਮੇਰੇ ਨਾਲ ਰਹੇ ਨੇ, ਮੈਂ ਉਹਨਾਂ ਨਾਲ ਸੈਟ ਰਿਹਾ। ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਸਦਰ ਦੇ ਜ਼ੁਬਾਨ 'ਚ ਜਿਹੜੀ ਗੱਲ ਨਿਕਲਦੀ ਹੈ ਬਾਜ਼ਾਰ ਦੀ ਬਿਹਤਰੀ ਵਾਸਤੇ ਉਹਨੂੰ ਇੱਕਦਮ ਜਨਾਬ ਫਾਲੋ ਕਰੀਏ। ਤੇ ਦੂਸਰੇ ਭਾਈਆਂ ਦੇ ਅੱਗੇ ਵੀ ਰਿਕੁਐਸਟ ਕਰੀਏ ਐਜ਼ ਅ ਜਨਰਲ ਸੈਕਟਰੀ ਕਿ ਯਾਰ ਇਹ ਵਾਲਾ ਕੰਮ ਜਿਹੜਾ ਸਦਰ ਸਾਹਿਬ ਨੇ ਕਿਹਾ ਹੋਵੇ ਸਾਡੇ ਬਾਜ਼ਾਰ ਦੀ ਬਿਹਤਰੀ ਵਾਸਤੇ ਤੇ ਉਹਨਾਂ ਨਾਲ ਪੂਰਾ ਤਾਵਨ ਕਰਕੇ ਤੇ ਅਸੀਂ ਜਨਾਬ ਕੋ ਬਾਜ਼ਾਰ ਨੂੰ ਚਲਾਈਏ। ਤੇ 20 ਸਾਲਾਂ ਵਿੱਚ ਅੱਗੇ ਵੀ ਜਨਾਬ ਕਾਫੀ ਕੰਮ ਹੋਏ ਨੇ ਇਨਸ਼ਾਅੱਲਾ ਤਾਲਾ। ਇਹਨਾਂ 2 ਸਾਲਾਂ ਵਿੱਚ ਵੀ ਮਿਸਾਲੀ ਅੱਲਾਹ ਪਾਕ ਨੇ ਹਿੰਮਤ ਜ਼ਿੰਦਗੀ ਦਿੱਤੀ ਤਾਂ ਜ਼ਰੂਰ ਜਿਹੜਾ ਵੇ ਨਾ ਕੋਸ਼ਿਸ਼ ਕਰਾਂਗੇ ਕਿ ਕੋਈ ਬਿਹਤਰੀ ਕਰਕੇ ਜਾਈਏ। ਬਾਕੀ ਸਭ ਦਾ ਜਨਾਬ ਬਹੁਤ ਬਹੁਤ ਸ਼ੁਕਰੀਆ। मैं हम दावत देना उठ के कने करो उसी को करनी मैं जैसे से पूछा अच्छी होती है क्या काला है। बिस्मिल्लाहिर्रहमानिर्रहीम। आज से जनाब मदीना बज़ार सदर जनाब इरफान फीस खोकर साहब, मिर्ज़ा अकमल साहब और जितनी भी इन्होंने टीम है जनाब, मैं सदर अजमत ताज सगोदर और मलिक लुकमान अशरफ अपनी तरफों और अपने मरकज़ी सदर जनाब जवेद भट्ट साहब की तरफों इनका शुक्रिया अदा करना। अल्लाह ताला जनाब इन्होंने कामयाबी दे। आमीन बिस्मिल्लाहिर्रहमानिर्रहीम। मैं सारे भाइयों दोस्तों का बहुत शुक्रगुजार हाँ कि जिन्होंने सानू व्हाट्सएप की क्यादत में सानू मदद किया और साड़ी भी हौसला अफजाई हुई है तो नाल पूरी कैबिनेट साढ़े सामने आ गई है तो सानू ज़्यादा खुशी हुई है। तो जनाब सारा सेरा जो व्हाट्सएप की क्यादत है इन्होंने पूरे शहर के ऐसी कोई जल थल कर करी है कि हर बंदा ताजर जो है ना वो मूवमेंट आ गया, हरकत च आ गया। तो मैं जनाब तारी पूरी कैबिनेट का शुक्रिया अदा करना सानू तुसा टाइम दिता है अपना कीमती टाइम और जनाब है जी इस टाइम बैठक हुई है खूबसूरत होगी। बहुत शुक्रिया। लो जी मैं मरकजी सदर अंजमन ताजरान जवेद भट्ट साहब ਜਿਹੜੇ ਕਿ ਹੱਦੁਲ ਅਜ਼ੀਜ਼ ਨੇ तमाम ਇਜ਼ਰਾਈਲੀ ਤਨਜ਼ੀਮਾਂ ਦੇ ਵਿਰਾਸਤ ਦੇ ਵਿੱਚ ਉਹਦੇ ਨਾਲ ਆਪਣਾ ਇੱਕ ਨਾਮ ਵਕਾਰ ਆਪਣੇ ਕੰਮ ਨਾਲ ਬਣਾਇਆ ਹੈ। ਜਵੇਦ ਭੱਟ ਸਾਹਿਬ औज़ बिल्लाहि मिनश शैतानिर रजीम बिस्मिल्लाहिर रहमानिर रहीम। जिस सब तुम्हारा कर्म है आका के बाद अब तक बनी है। सबसे पहले तो मैं इरफान हफीज़ साहब को दोबारा मुंतखब होने पर और मिर्ज़ा अकमल साहब को जनरल सेक्रेटरी मुंतखब होने पर और तैयार भट्टी साहब को मानुल्लाह भट्ट साहब को सबसे ज़्यादा खुशी हुई है कि आपने एक अच्छे इंसान को फिर अपने सिस्टम में लिया है मानुल्लाह भट्ट साहब माशाल्लाह। और बाकी माशाल्लाह मैं न्यू कमर को खासकर मुबारकबाद देना चाहता हूँ और उन्हें एक बात बताना चाहता हूँ कि कोई इंसान भी पहले दिन अच्छी बात नहीं कर सकता, लेकिन जो घबराते हैं फिर वो कभी नहीं कर सकते। आपके माइंड में जो कोई बात आए ज़रूर करें। आपको घर जाकर पता चलेगा मैंने ये अच्छा किया है या मैंने कमज़ोर की बात की, आप उससे आगे फिर बेहतर करेंगे, फिर आप सोचेंगे फिर उससे बेहतर होगी। चाहे वो
کوئی قومی لیڈر ہو، چاہے کوئی مقامی لیڈر ہو، چاہے کوئی مقامی تاجر رہنما ہو، یہ وقت کے ساتھ ہی انسان کی امپرومنٹ ہوتی ہے. اور جو انسان معاشرے میں فیس کرتا ہے وہ کامیاب ہوتا ہے. اس میں آپ سے غلط فیصلے بھی ہوتے ہیں، اس سے آپ اچھے فیصلے بھی ہوتے ہیں. اور جب آپ فیصلے کریں گے تو پھر بہتر سے بہتر ہوتے چلے جائیں. کبھی یہ نہ کوشش کریں کہ میرے سے شاید کوئی ناراض ہو جائے گا، نہیں. یہ ایک معاشرہ ہے، اس میں جب آپ دیکھیں کہ زیادہ اکثریت جس طرف ہے اس کی بات مان لیں. اگر 10 بندے ایک فیصلہ کرنے لگے ہیں، 3 ایک سائڈ پہ ہیں، 7 ایک سائڈ پہ ہیں، تو جب فیصلہ ہو جائے تو پھر یکجہتی ایک جیسی ہو جانی چاہیے. پھر یہ نہیں ہونا چاہیے کہ میں نے یہ رائے دی تھی اور پاس یہ ہو گئی ہے. لیکن جب اکثریت کا کوئی فیصلہ ہو جاتا ہے تو اس کو دل سے ماننا چاہیے. اور جب آپ کسی بھی شکل میں اکٹھے ہو گئے ہیں، اگر آپ صدر کی عزت نہیں کریں گے تو آپ کی عزت نہیں ہوگی. آپ کسی سینئر نائب صدر کی عزت نہیں کریں گے تو آپ کی عزت نہیں ہوگی. اور صدر صاحب آپ کی عزت نہیں کریں گے تو آپ بکھر جائیں گے. مقصد ہے کہ جب آپ اکٹھے ہیں تو دل سے ہونا چاہیے کہ ہم اکٹھے ہیں. جب آپ اکٹھے کسی بھی جگہ چلے جائیں، تھانے چلے جائیں، ڈی سی آفس چلے جائیں، واپڈا کے آفس چلے جائیں، کسی آفس میں چلے جائیں، تو آپ کو کوئی آپ کا حق لینے سے روک نہیں سکے. تو یہ آپ ذہن میں رکھیں کہ مضبوطی ہے اتفاق میں، برکت میں، اتحاد میں. تو میں یہاں یہی بات کرنا چاہتا ہوں کہ ابھی ریسنٹلی پل کے نیچے نا کچھ پلے گراؤنڈ بنائے جا رہے ہیں پنجاب گورنمنٹ کی طرف سے دونوں سائڈ پہ. لیکن میں انتظامیہ سے یہ ضرور اپیل کرتا ہوں کہ وہاں پارکنگ وہ ہم سے فیس لے کر پارکنگ بنائے. اگر پارکنگ نہ بنے گی تو تاجر بھی سڑکوں پر موٹر سائیکل کھڑی کریں گے یا گاڑیاں کھڑی کریں گے. اور جو پلیئر وہاں آیا کریں گے وہاں وہ بھی انہوں میں اگر کوئی بیڈمنٹن کھیلنے آتا ہے تو اس نے پیدل تو نہیں آنا، موٹر سائیکل پہ آنا ہے یا گاڑی پہ آنا ہے یا کسی چیز پہ آنا ہے. اسی طرح سنوکر والے یا بلیئرڈ والے. تو پارکنگ بہت ضروری ہے دونوں طرف. پل سے پہلے بھی اور پل کے بعد بھی میں ضرور ڈی سی صاحب سے اور کارپوریشن کے سی او سے یہ ملاقات بھی ہوئی ہے. اور میں آپ دوستوں سے بھی کہوں گا کہ آپ ملک لقمان صاحب ہیں ادھر، مقصد ہے وہ اشفاق رائے صاحب آج ادھر نہیں تھے، تو آپ بھی اپنے طور پر سمجھتے ہیں کہ پارکنگ وہاں مقصد ہے دیکھیں نا بعد میں کوئی دور بنائے پارکنگ، وہاں جا کر کھڑی کرنا گاہک کے لیے مشکل ہے اور تاجر کے لیے بھی مشکل ہے. لیکن اگر کچھ دار وہ پلے گراؤنڈ بنا دیں اور کچھ دار وہ پارکنگ کے لیے چھوڑ دیں، اس میں اپنی فیس لگائیں، 50 روپے لگائیں، 30 روپے لگائیں. ہم یہ نہیں چاہتے کہ وہ مفت ہمیں دیں وہ جگہ، لیکن تاجروں کی ضرورت ہے وہاں پارکنگ. اگر وہ سڑک پہ پارکنگ منع کرتے ہیں اور انتظامیہ کہتی ہے کہ آپ پارکنگ پلازے میں جائیں یا پارکنگ سائڈ میں بنائیں، تو ایک جگہ موجود ہے پارکنگ کے لیے، تو اس میں اگر وہ 50% بچوں کی فلاح کے لیے استعمال کریں یا 60%، لیکن 40% وہاں یو ٹرن کے لیے اور پارکنگ کے لیے بھی ضرور وہاں. یہ ہماری اپیل ہے ان سے. تو امید ہے وہ اس پر ضرور غور کریں گے. اور باقی جو میں یہ سب دوستوں کو کہوں گا کہ جس طرح مان اللہ بٹ صاحب نے بات کی ہے کہ رزق اللہ کی طرف سے ملنا ہے، بے شک. تو جب آپ کا یقین ہوگا تو پھر آپ دکان میں سمٹ جائیں گے. جب آپ کا یقین نہیں ہوگا اللہ پر تو آپ باہر کی طرف آئیں گے کہ میں دوسرے سے آگے چلا جاؤں. لیکن جو اپنے ہمسائے کی عزت کرتا ہے اللہ تعالیٰ اس کے رزق میں وسعت پیدا کرتا ہے. جو ہمسائے سے حسد کرتا ہے اس سے اللہ تعالیٰ رزق میں کمی کرتا ہے. تو کامیاب بزنس مین، کامیاب ہمسایہ وہی ہے جو اپنے ہمسائے کو خوش رکھے. اور معاشرے کو میں عزت اس کو ملے گی جو دوسروں کی عزت کرتا ہے. تو آپ عزت کریں گے تو اس سے زیادہ آپ کو واپسی ملے گی. تو انشاءاللہ تعالیٰ اگر آپ کا کوئی بھی مسئلہ ہو، عرفان صاحب بہت میں سمجھتا ہوں کہ آپ جو ہے نا انجمن تاجران مدینہ بازار، یہ گجرات کی بڑی متحرک تنظیموں میں ایک تنظیم ہے. مجھے
याद है जब वापडा के खिलाफ हमने एजिटेशन किए तो यहाँ से किए, हमने किसी टॉपिक पे भी एजिटेशन का सोचा तो इधर से किया। तो यकीन जाने कि गुजरात में जो सिंबल होती है ना अंजमने, उनमें से एक अंजमन ताजरान मदीना बाजार। ये जो कोशिश होती है कि हर 2 साल बाद इलेक्शन हो और हर एक को मुख्तलिफ दोस्त अपना अपना वर्क करें, काम करें, तो आप में अल्लाह ताला मज़ीद इत्तेफाक रखे। आमीन। और हमारे दूसरे भी कुछ दोस्तों को देखें, मेरा काम है मुतरक करना, लेकिन अगर कोई मुआशरा मुतरक नहीं होता तो उसका नुकसान मुआशरे को होगा या हमारे अहदेदारान को होगा। मैंने कोशिश की है कि एक जो मुआशरे में ना ताजरान की इज्जत बनाने की मैं कोशिश कर रहा हूँ, इसमें आप हमारा साथ देंगे तो आपकी इज्जत में भी इजाफा होगा और मेरी इज्जत में भी अल्लाह ताला हम सबको इज्जत और हलाल रिज़्क में वक्त फरावानी अता फरमाए और हमें सेहत तंदुरुस्ती अता फरमाए। मैं जनरल सेक्रेटरी बोल गया हूँ, नायब सदर मरकज़ी अंजुमन ताजरान। हाँ नहीं मैं समझ गया। अच्छा, मैं जब हमारा फंक्शन हुआ था ना जी, तो मैंने इरफान साहब को बोला कि आप मैं उधर आए, तशरीफ़ लाएं या अकमल साहब का नाम दें या किसी का। उन्होंने कहा जी अभी हमारे इलेक्शन हो रहे हैं तो हम अभी ओहदा नहीं लेंगे, हो सकता है मैं सदर ना हूँ या अकमल साहब अपनी सीट पे ना आए या कोई दूसरा ना आए, तो आपने जब हमारे पास इलेक्शन होगा आएंगे तो फिर आप हमें उधर देना। तो मैं जनाब मरकज़ी अंजुमन ताजरान की नायब सदार जनाब मिर्ज़ा अकमल बेग साहब, और यकीन जाने कि ये बड़ी अच्छी बात है कि उन्होंने कहा कि अभी ना हमें दे, आप जब हम मुंतखब होंगे। अभी मैं ये कह रहा हूँ जी कि नायब सदर जिनको मैं बनाया ना, उन सब से मैं पूछता हूँ कि आप किस शोबे में काम कर सकते हैं, मतलब किस में आपका तजर्बा है। मैंने जिस शेख साहब का सुई गैस में था, और यकीन जाने मैंने एक दोस्त का कॉल आई मुझे कि मुझे मेरा मीटर उतर गया है तो आप मीटर लगवा कर दें। मैंने कहा कि आप शेख साहब से रब्ता करें। उसने दोबारा मुझसे टेलीफोन किया कि शेख साहब ने मेरा मीटर लगवा दिया, मैं आपका शुक्रिया अदा करता हूँ, शेख सलीम का साथ का शुक्रिया। तो मैंने इधर मिठू था उसको पुलिस का दे दिया है, इसी तरह वापडा का किसी को दिया है, इधर वो शाह नसीम था, वो कहता है मुझे रेवेन्यू में तजर्बा है, मैंने उसको रेवेन्यू का दे दिया है। एक को ट्रैफिक, मतलब जो आप मिर्ज़ा अकमल साहब चाहे ना कि मेरा इसमें ज़्यादा मैं अच्छा काम कर सकता हूँ, मैं वो शोभा देना चाहता हूँ। और मैं इनसे पूछूंगा भी फिर कि भाई आप उसको समझते भी हैं, उसको मेरा मतलब है सिस्टम में जाते भी हैं, तो आप काम क्यों नहीं करते। देखिए, मैं चाहता हूं कि काम तब ज्यादा हो सकता है जब सब हम काम करें। मेरे अकेले से उतनी मुस्तहकम गवर्नमेंट नहीं बन सकती जितना कि सब के काम करो। यकीन जाने के उसने बड़ा शुक्रिया अदा किया शेख सलीम का कि भाई मेरा उनसे आप भी शुक्रिया अदा करना कि मेरी एक बड़ी मुश्किल हाल उन्होंने कराई। और एक दोस्त है हमारा, वो कहता है मुझे बताया मैं क्या कर सकता। मैं कहता तू कद जॉब करता रहा, मैं आखिर बैंकिंग दी फाइनांस। मैं कहता तेन बैंकिंग देने जिहदा मसला कोई बैंक ना होएगा, जिहदा मसला कोई होएगा बचत अकाउंट वाले पासे। और कई बार दाहनी जो पैसे तुसीं लैके आते ना, वो हिसाब कर देंगे ने जो 5 साल की स्कीम दे, या वो अपनी मर्जी का कैलकुलेट करके ना कमजोर दस देंगे। मैं कहा जिहदा भी कोई मसला है करता बैंकिंग का तुहानूं भेजा कर। तो ये चीज़ां ने कि असीं सारे रल के काम कर सकते। अल्लाह ताला साडा हाफिज़ बना सके। आमीन आमीन। ਇਹਨਾਂ ਨੂੰ ਸ਼ੂਗਰ ਨਾ ਦੇ ਛੜੋ, ਇਹਨਾਂ ਨੂੰ ਹੱਥ ਦਾ ਦੇ ਵੈਰੀ ਗੁੱਡ ਹੈ ਜੀ। ਦੇਖੋ ਨਾ मतलब डिजर्विंग आदमी ने सही फैसला। माशाल्लाह माशाल्लाह, मुबारक है तनवीर साहब। मेरे चैनल लाइक भी करो, शेयर करो, सब्सक्राइब करो। अस्सलाम वालेकुम, खुदा हाफिज़। ताज़ा खान साहब माशाल्लाह मुबारक है, मुबारक है सर।